ਕਹਾਣੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ, ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੀ ਸੇਵਾ ਕੀਤੀ। ਮੁਰਸ਼ਦ ਨੂੰ ਪ੍ਰਸੰਨ ਕਰ ਲਿਆ ਤੇ ਮਹਾਂਪੁਰਖ ਪ੍ਰਸੰਨ ਹੋ ਜਾਣ ਤਾਂ ਫਿਰ ਆਪਣਾ ਰੂਪ ਬਣਾ ਲੈਂਦੇ ਹਨ। ਪਾਰਸ਼ में अर संत में बड़ो अंतरो जान, ओ लोहा कंचन करे ओ करे आप समान। रात दिन सेवा करके सिमरन करके बाबा जी का रूप हो गए बाबा ईशर सिंह जी महाराज। बाबा आनंद सिंह जी महाराज का जो सारा जीवन 12:15 ਵਜੇ ਰਾਤ ਨੂੰ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪ ਜੁੜ ਜਾਂਦੇ ਸਨ। ਫਿਰ ਕੀਰਤਨ ਆਰੰਭ ਹੋ ਜਾਣਾ। ਹਰ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮੁੱਖ ਰੱਖਿਆ। ਗੁਰੂ ਗ੍ਰੰਥ ਸਾਹਿਬ ਦੇ ਅੱਖਰ ਅੱਖਰ ਵਿੱਚ ਗੁਰੂ ਨਾਨਕ ਦੇ ਦਰਸ਼ਨ ਕੀਤੇ ਤੇ ਅੱਜ ਉਹ ਬਖਸ਼ਿਸ਼, ਉਹ ਰਹਿਮਤ, ਸੇਵਾ ਤੋਂ ਪ੍ਰਸੰਨ ਹੋ ਕੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਿੱਚ ਜੋਤ ਰੱਖੀ, ਪ੍ਰਗਟ ਹੋਏ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਜੋ ਆਪਣੇ ਜੀਵਨ ਵਿੱਚ ਕਿਤੇ ਵੀ ਆਰਾਮ ਨਹੀਂ ਕੀਤਾ, ਸੇਵਾ ਵਿੱਚ ਹੀ ਸਮਾਂ ਬਤੀਤ ਕੀਤਾ। ਅੱਜ ਬਖਸ਼ਿਸ਼ਾਂ ਹੋਈਆਂ ਤੁਰਾਂ ਤੋਂ, ਰਹਿਮਤ ਹੋਈ ਤੇ ਫਿਰ ਥਾਂ ਥਾਂ ਤੇ ਜਾ ਕੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸ਼ੁਭ ਸੁਨੇਹਾ ਘਰ ਘਰ ਪਹੁੰਚਾਇਆ। ਗੁਰਮੁਖੋ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਅੰਮ੍ਰਿਤ ਵੇਲੇ ਜਾਗੋ, ਨਿਤਨੇਮ ਕਰੋ, ਇਹ ਮਨੁੱਛਾ ਜਨਮ ਬੜਾ ਅਮੋਲਕ ਜਨਮ ਹੈ, ਇਹ ਮੁੜ ਮੁੜ ਹੱਥ ਨਹੀਂ ਆਉਣਾ। ਥਾਂ ਥਾਂ ਤੇ ਜਾ ਕੇ ਦਸ਼ਮੇਸ਼ ਪਿਤਾ ਦਾ ਉਹ ਬਚਨ ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਨਿਗੁਰੇ ਕਾ ਹੈ ਨਾਉ ਬੁਰਾ, ਉਹ ਬਚਨ ਸੰਗਤਾਂ ਦੇ ਕੰਨਾਂ ਤੇ ਜਾ ਕੇ, ਭੁੱਲਿਆਂ ਭਟਕਿਆਂ ਦੇ ਕੰਨਾਂ ਤੇ ਜਾ ਕੇ ਪਾਇਆ। ਗੁਰਮੁਖੋ ਨਿਗੁਰਾ ਪੁਰਸ਼ ਜਿੱਥੇ ਬਹਿ ਜਾਂਦਾ ਹੈ, ਧਰਤੀ ਵੀ ਛੱਡ ਜਾਂਦੀ ਹੈ। ਗੁਰੂ ਵਾਲੇ ਬਣੋ, ਗੁਰੂ ਵਾਲੇ ਹੋ ਕੇ ਵਿਚਰੋ, ਗੁਰੂ ਵਾਲੇ ਹੋ ਕੇ ਜੀਵੋ, ਤੁਹਾਨੂੰ ਜੀਵਨ ਦਾ ਆਨੰਦ ਪ੍ਰਾਪਤ ਹੋਵੇਗਾ। ਆਪਣੇ ਜੀਵਨ ਵਿੱਚ ਉਹਨਾਂ ਨੇ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਪਾਨ ਕਰਾ ਕੇ ਗੁਰੂ ਵਾਲੇ ਬਣਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਸੇਵਾ ਕੀਤੀ, ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪੂਜ ਕੇ ਵਿਖਾਇਆ। ਤੇ ਜਿਹੜੇ ਉਹਨਾਂ ਦੇ ਪਿਆਰ ਵਾਲੇ ਹਨ, ਉਹਨਾਂ ਨੂੰ ਵੀ ਆਖਿਆ, ਭਾਈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ, ਇਹ 10 ਪਾਤਸ਼ਾਹੀਆਂ ਦੀ ਜੋਤ ਹੈ। ਜਿਤਨਾ ਪਿਆਰ ਕਰੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਉਤਨੀਆਂ ਹੀ ਵਧੇਰੇ ਬਖਸ਼ਿਸ਼ਾਂ ਗੁਰੂ ਤੁਹਾਡੀ ਝੋਲੀ ਪਾਵੇਗਾ, ਤੁਹਾਡਾ ਲੋਕ ਪਰਲੋਕ ਸੌਰ ਜਾਏਗਾ। ਹਰ ਵੇਲੇ ਨਿਰੰਕਾਰ ਦੇ ਚਰਨਾਂ ਵਿੱਚ ਆਪ ਜੁੜੇ ਰਹਿੰਦੇ ਸਨ। ਆਪ ਦਾ ਇਹੀ ਉਪਰਾਲਾ ਰਿਹਾ ਕਿ ਗੁਰੂ ਵਾਲੇ ਬਣਾਉਣਾ। ਜਿਸ ਮਤ ਵਿੱਚ ਵੀ ਗਏ, ਉਸ ਮਤ ਵਿੱਚ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਦਾਸ ਨੂੰ ਉਹਨਾਂ ਦੇ ਚਰਨਾਂ ਵਿੱਚ ਰਹਿਣ ਦਾ ਕੋਈ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਸ਼੍ਰੀਨਗਰ ਕਸ਼ਮੀਰ ਗਏ ਜਦੋਂ, ਜਿੱਥੇ ਹਿੰਦੂ ਗੁਰੂ ਕੇ ਸਿੱਖ ਪਿਆਰ ਵਾਲੇ ਗੁਰੂ ਨਾਨਕ ਦੇ ਨਾਮ ਲੇਵਾ ਆ ਕੇ ਜੁੜਦੇ ਸਨ, ਮੁਸਲਮਾਨ ਲੋਕ ਵੀ ਆ ਕੇ ਜੁੜਦੇ ਸਨ। ਜਦੋਂ ਅਸੀਂ ਉਹਨਾਂ ਨੂੰ ਮਿਲਣਾ ਤਾਂ ਉਹਨਾਂ ਨੇ ਕਹਿਣਾ, ਜਬ ਸੇ ਉਹ ਤੁਮਾਰਾ ਪੀਰ ਆਇਆ, ਹਮ 5 ਵਕਤ ਨਮਾਜ਼ ਪੜ੍ਹਨੇ ਲੱਗ ਗਿਆ। ਹਿੰਦੂ ਭਰਾ ਆਇਆ ਹੈ, ਉਸ ਨੂੰ ਗੱਲ ਨਾਲ ਲਾ ਕੇ ਉਸ ਨੂੰ ਪ੍ਰੇਰਿਤ ਕੀਤਾ, ਭਾਈ ਤੂੰ ਰਾਮ ਰਾਮ ਜਪ,
तेरा संसार ते आउणा सफल होवेगा। गुरु का सिख आया, उसनूं गुरु का संदेश दे के जोड़िया सच दे नाल। अज उन्हां दी अमर कहानी दास तुहाडी बेटा कर रहा है। जे कोई एक भी गुरु का सिख अंमृत पान कर लेगा, गुरु ग्रंथ साहब महाराज नूं प्रगट गुरां की देह समझ के पूजन लग जाएगा, सेवा करन लग जाएगा, तो मैं समझांगा कि ये उपराला कीता साडा सफल हो गया है। उन्हां दे जीवन विचों जो अखीं वेखियां साखियां हन, जैसा डिठा मैं तैसो कहा ओ जतन कीता। आओ सारे प्यार दे विच आके जुड़िए, क्योंकि जुड़िया होया दी जीवन साखियां सुनन लगे हाँ। आओ महापुरखां दे करो दर्शन बिरती दियां अखां नाल, ते उन्हां दी कमाई विचों कोई किनका नितनेम दा निमरता दा प्राप्त करके तुसी भी जीवन सफल करो। जोश झंडा झुलाया और ना कोई उसदा सानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। सच दा जोश झंडा झुलाया और ना कोई उसदा सानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। सत्कार किया सोने चंद दे दर्शन करके, सोने चंद दे दर्शन करके देव सभा होई मस्तानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। सच दा जोश झंडा झुलाया और न कोई उसदा सानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी।
जगमग सारा नगर हुआ। धन वो माता धन ओ पिता, जिन्हां दे ग्रह विख जन्म लिया। नर नारी अज देन बधाइयां, जगमग सारा नगर हुआ। गद गद हो गया जिसने सोने मुख दी डिठी कला रवानी। सुनो सुनो ऐ गुरसिखो मेरे बाबा जी दी अमर कहानी। सुनो सुनो ऐ गुरसिखो मेरे बाबा जी दी अमर कहानी। सच दा जो उस झंडा झुलाया, हो न कोई उसदा सानी। सुनो सुनो ऐ गुरसिखो मेरे बाबा जी दी अमर कहानी। सुनो सुनो ऐ गुरसिखो मेरे बाबा जी दी अमर कहानी। ਮਨੁੱਖਾਂ ਵਾਂਗੂ ਰਵਦੇ ਨੇ। ਬਾਬਾ ਈਸ਼ਰ ਜੀ ਇਸ ਤਰ੍ਹਾਂ ਹੀ ਆਪਣੇ ਘਰ ਵਿੱਚ ਪਲਦੇ ਨੇ। ਬਾਬਾ ਈਸ਼ਰ ਜੀ ਇਸੇ ਤਰ੍ਹਾਂ ਹੀ ਆਪਣੇ ਘਰ ਵਿੱਚ ਪਲਦੇ ਨੇ। ਬਚਪਨ ਕੌਤਕ ਕੀ ਦਸਾਂ ਜੋ ਕੀਤੇ ਉਹਨਾਂ ਹੈਨ ਰੂਹਾਨੀ। ਸੁਣੋ ਸੁਣੋ ਐ ਗੁਰਸਿਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਣੋ ਸੁਣੋ ਐ ਗੁਰਸਿਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੱਚ ਦਾ ਜੋਸ਼ ਜਿੰਦਾ ਝੁਲਾਇਆ, ਹੋ ਨਾ ਕੋਈ ਉਸਦਾ ਸਾਨੀ। ਸੁਣੋ ਸੁਣੋ ਐ ਗੁਰਸਿਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਣੋ ਸੁਣੋ ਐ ਗੁਰਸਿਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। चलिए हंजोलियां आन हलाया सी। बाबा जी 10-12 साल दी आयु है ते मित्रां दोस्तां ने आख्या आ भाई बाबा जी दे दर्शन करन नूं चलिए कलेरां। ਤਾਂ ਬਾਬਾ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਯਾਰ ਹੋਣਗੇ ਮਿਲਣਗੇ ਆਪੇ, ਚਿੱਤ ਨੂੰ ਟਿਕਾਣੇ ਰੱਖੀਏ। ਕਹਿਣ ਲੱਗੇ ਜੇ ਅਸੀਂ ਉਹਨਾਂ ਦੇ ਹਾਂ ਤਾਂ ਉਹ ਆਪੇ ਮਿਲਣਗੇ ਆ ਕੇ। ਇਸ ਲਈ ਚਲੋ ਬਾਬਾ ਆਨੰਦ ਸਿੰਘ ਨੂੰ ਮਿਲੀਏ, ਹੰਜੋਲੀਆਂ ਇਹ ਹਲਾਇਆ ਸੀ। ਯਾਰ ਹੋਣਗੇ ਮਿਲਣਗੇ ਆਪੇ, ਤੁਸੀਂ ਮੁਖ ਤੋਂ ਇਹ ਫਰਮਾਇਆ ਸੀ। ਉਵੇਂ ਹੀ ਮਿਲ ਪਏ ਬਾਬਾ ਆਨੰਦ ਸਿੰਘ, ਉਵੇਂ ਹੀ ਮਿਲ ਪਏ ਬਾਬਾ ਆਨੰਦ ਸਿੰਘ, ਜੋ ਸਨ ਦਿਲਾਂ ਦੇ
जानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। सच दा जो उस झंडा झुलाया हो न कोई उसदा सानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। महापुरख दी आके होए सेवा विच लीन वो बाबे नंद सिंह कोल जाके। युवा अवस्था होई जदों उस महापुरख दी आके होए सेवा विच लीन वो बाबे नंद सिंह कोल जाके। जोत रख गए ईश्वर विच, वो जोत रख गए ईश्वर विच जद ज्योति जोत समानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। चले गए पिछे कई औकड़ा आईया सी। सच दी जोत गई चोरन पिछे, सच दी जोत गई चोरन पिछे कईया समाधियां लाइया सी। बाबा नंद सिंह चले गए पिछे कई औकड़ा आईया सी। सच दी जोत गई चोरड़ पिछे कईया समाधियां लाइया सी। बेबल होके संगत सारी, बेबल होके संगत सारी करे अरदास निमानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी। सच दा जो उस झंडा झुलाया हो न कोई उसदा सानी। सुनो सुनो है गुरसिखो मेरे बाबा जी दी अमर कहानी। सुनो सुनो है गुरसिखो मेरे बाबा जी दी अमर कहानी।
ਵਿੱਚ ਬਹਿ ਕੇ ਗੁਪਤ ਤਪੱਸਿਆ ਕੀਤੀ ਸੀ। ਮਹਾਂਪੁਰਖਾਂ ਦੀ ਕਮਾਈ ਤਾਂ ਪਤਾ ਨਹੀਂ ਸੈਂਕੜੇ ਹੀ ਜਨਮਾਂ ਦੀ ਹੁੰਦੀ ਹੈ, ਤਦੇ ਹੀ ਇਸ ਪਦਵੀ ਤੇ ਪ੍ਰਾਪਤ ਹੁੰਦੇ ਹਨ, ਪਹੁੰਚਦੇ ਹਨ। ਮੁਰਸ਼ਦ ਦੀ ਸੇਵਾ ਵੀ ਕੀਤੀ ਤੇ ਫਿਰ ਉਸ ਤੋਂ ਬਾਅਦ 7 ਸਾਲ ਲਗਾਤਾਰ ਮਹਾਂਪੁਰਖ ਚੋਰੜਾਂ ਦੀ ਧਰਤੀ ਤੇ ਬਹਿ ਕੇ ਲਗਾਤਾਰ 7 ਸਾਲ ਸਿਮਰਨ ਕੀਤਾ। ਪਰ ਪਿਆਰ ਵਾਲੀਆਂ ਸੰਗਤਾਂ ਜਿਨ੍ਹਾਂ ਨੂੰ ਬਾਬਾ ਆਨੰਦ ਸਿੰਘ ਦੇ ਸੋਹਣੇ ਦੀਦਾਰ ਕਰਕੇ ਤਨ ਮਨ ਠਰਦਾ ਸੀ, ਪਿਆਰ ਤੋਂ ਵਾਂਝੀਆਂ ਰਹਿ ਗਈਆਂ। ਪਰ ਪਿਆਰ ਵਾਲੇ ਲੱਭਦਿਆਂ ਲੱਭਦਿਆਂ ਅਸਲ ਨੂੰ ਲੱਭ ਲੈਂਦੇ ਹਨ। ਅੱਜ ਉਹ ਰੌਣਕਾਂ ਚੋੜਾਂ ਦੀ ਧਰਤੀ ਤੇ ਹੋਣ ਲੱਗੀਆਂ ਜੋ ਕਦੀ ਨਾਨਕਸਰ ਹੁੰਦੀਆਂ ਸੀ, ਕਲੇਰਾਂ ਹੁੰਦੀਆਂ ਸੀ। ਲੱਖਾਂ ਹੀ ਸੰਗਤਾਂ ਦਾ ਇਕੱਠ ਹੋਣ ਲੱਗਾ, ਪਰ ਬਾਬਾ ਜੀ ਦੇ ਮਨ ਵਿੱਚ ਇਤਨਾ ਬੈਰਾਗ ਕਿ ਵੱਡਿਆਂ ਬਾਬਿਆਂ ਦਾ, ਆਪਣੇ ਮੁਰਸ਼ਦ ਦਾ ਆਸਣ ਜਿੱਥੇ ਬੈਠਦੇ ਸਨ ਵੱਡੇ ਬਾਬਾ ਜੀ, ਵੇਖ ਕੇ ਵੀ ਅੱਖਾਂ ਸਾਵਣ ਭਾਦੋ ਦੀਆਂ ਚੜੀਆਂ ਵਾਂਗੂ ਵਸਣ ਲੱਗ ਜਾਣੀਆਂ। ਜੇ ਕਿਤੇ ਕੋਈ ਪੁਰਾਣਾ ਸੰਗੀ ਮਿਲ ਗਿਆ, ਉਹਨੂੰ ਵੇਖ ਕੇ ਉਹ ਸਮਾਂ ਚੇਤੇ ਆ ਜਾਣਾ ਕਿ ਮੇਰਾ ਮਾਲਕ ਇਹਦੇ ਨਾਲ ਬੜਾ ਪਿਆਰ ਕਰਦਾ ਸੀ। ਐਸੀ ਬੈਰਾਗ ਦੀ ਅਵਸਥਾ ਜਿਸ ਨੂੰ ਹਜ਼ੂਰ ਬਿਆਨ ਕਰਦੇ ਹਨ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਕਿਸੇ ਨੂੰ ਆਮ ਦਰਸ਼ਨ ਨਹੀਂ ਦੇਣੇ, ਬੈਠੇ ਰਹਿਣਾ, ਜੁੜਿਆ ਰਹਿਣਾ ਮਾਲਕ ਦੇ ਚਰਨਾਂ ਵਿੱਚ। 7 ਸਾਲ ਲਗਾਤਾਰ ਇਸੇ ਤਰ੍ਹਾਂ ਸਿਮਰਨ ਕੀਤਾ। ਸਮਾਂ ਉਹੀ ਰੱਖਿਆ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਹਾਨ ਆਗਮਨ ਦਾ ਸਮਾਂ ਹੈ, 12:21 ਤੇ ਜੋ ਪੂਰਨ ਮਹਾਂਪੁਰਖ ਹਨ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦੇ ਹਨ। ਇਸ ਤਰ੍ਹਾਂ ਸਿਮਰਨ ਕੀਤਾ, ਸ਼ਬਦ ਦੀ ਕਮਾਈ ਕੀਤੀ। ਪਰ ਬੇਬਲ ਹੋ ਕੇ ਹੁਣ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਆਈਆਂ। ਗਰੀਬ ਨਿਵਾਜ ਜੋਤ 오ਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਏ। ਜੋਤ ਤਾਂ ਉਹੀ ਹੈ, ਹੁਣ ਆਪ ਕਿਰਪਾ ਕਰੋ, ਨਾਨਕਸਰ ਦੀ ਧਰਤੀ ਨੂੰ, ਕਲੇਰਾਂ ਦੀ ਧਰਤੀ ਨੂੰ ਫਿਰ ਚੱਲ ਕੇ ਭਾਗ ਲਾਓ। ਬਾਬਾ ਜੀ ਕਹਿਣ ਲੱਗੇ, ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਚਿੱਠੀਆਂ ਪਾਵਾਂਗੇ, ਪੁੱਛਾਂਗੇ, ਜਿਵੇਂ ਉਹਦਾ ਹੁਕਮ ਹੋਵੇਗਾ। ਜਿੱਧਰ ਰੱਬ ਰਜਾ ਵਹਿਣ ਤੇ ਡਾਈ ਗਾਉ ਕਰੇ। ਇਹ ਤਾਂ ਉਹਦੀ ਰਜਾ ਹੈ, ਜਿੱਧਰ ਭੇਜਦਾ ਹੈ ਚਲੇ ਜਾਂਦੇ ਹਾਂ, ਜਿੱਥੇ ਬਿਠਾਉਂਦਾ ਹੈ ਬਹਿ ਜਾਂਦੇ ਹਾਂ। ਇਹ ਉਹਦੀ ਰਜ਼ਾ ਹੈ। ਤਾਂ ਅਰਦਾਸ ਕਰਕੇ ਹੁਕਮ ਲਿਆ, ਸਤਿਗੁਰਾਂ ਦਾ ਹੁਕਮਨਾਮਾ ਆਇਆ ਤੇ ਫਿਰ ਬਾਬਾ ਜੀ ਨਾਨਕਸਰ ਕਲੇਰਾਂ ਆ ਕੇ ਇੱਥੇ ਆ ਕੇ ਬਿਰਾਜੇ। 7 ਸਾਲ ਚੋੜਰ ਵਿੱਚ ਬਹਿ ਕੇ ਗੁਪਤ ਤਪੱਸਿਆ ਕੀਤੀ ਸੀ। 7 ਸਾਲ ਜੋੜਨ ਵਿੱਚ ਬਹਿ ਕੇ ਗੁਪਤ ਤਪੱਸਿਆ ਕੀਤੀ ਸੀ। ਸੰਗਤ ਦੀ ਅਰਦਾਸ ਸੁਣ ਨਾਨਕ ਸਰ ਦੀ ਤਿਆਰੀ ਕੀਤੀ ਸੀ। ਭੇਸ ਬਦਲ ਹੁਣ ਆ ਗਿਆ ਮਹਿਰਮ, ਭੇਸ ਬਦਲ ਹੁਣ ਆ ਗਿਆ ਮਹਿਰਮ, ਜੋ ਸੀ ਦਿਲਾਂ ਦਾ ਜਾਣੀ। ਸੁਣੋ ਸੁਣੋ ਹੈ ਗੁਰੂ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਸੁਣੋ ਸੁਣੋ ਹੈ ਗੁਰੂ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਸੱਚ ਦਾ ਜੋਸ਼ ਜਿੰਦਾ ਜੁਲਾਇਆ, ਹੋ ਨਾ ਕੋਈ ਉਸਦਾ ਸਾਨੀ। ਸੁਣੋ ਸੁਣੋ ਹੈ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਸੁਣੋ ਸੁਣੋ ਹੈ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ।
ਸੀ। ਇੱਕ ਦਿਨ ਮਾਇਆ ਅਰਜ ਕਰੀ, ਤੁਸੀਂ ਪਿੱਛੇ ਇਹ ਹਲਾਇਆ ਸੀ। ਇਸ ਜਾਮੇ ਨਹੀਂ ਈਸ਼ਵਰ ਜਾਮੇ, ਸੇਵਾ ਲਈ ਫੁਰਮਾਇਆ ਸੀ। ਮਹਾਰਾਜ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਤੁਸੀਂ ਕਿਹਾ ਸੀ ਬਈ ਸਾਡਾ ਤਾਂ ਰੋਜ਼ਾ ਰੱਖਿਆ ਹੋਇਆ, ਅਸੀਂ ਕੋਈ ਪੱਕੀ ਇੱਟ ਇੱਥੇ ਲੱਗਣ ਨਹੀਂ ਦੇਵਣੀ, ਤੇ ਆਵੇਗਾ ਕੋਈ ਜਿਹੜਾ ਕੱਚੀ ਇੱਟ ਨਹੀਂ ਰਹਿਣ ਦੇਵੇਗਾ। ਕਿਉਂਕਿ ਵੱਡੇ ਬਾਬਾ ਜੀ ਜਦੋਂ ਜਾਂਦੇ ਸਨ ਸਭ ਕੁਝ ਜਲਾ ਕੇ ਰਾਖ ਕਰਕੇ ਫਿਰ ਜਾਣਾ ਬਈ ਕੋਈ ਤੇਰ ਮੇੜ ਨਾ ਰਹਿ ਜਾਵੇ। ਇੱਕ ਦਿਨ ਜਗਰਾਵਾਂ ਤੋਂ ਸੰਗਤਾਂ ਆਈਆਂ ਜੋ 4 ਮੀਲ ਤੇ ਸ਼ਹਿਰ ਹੈ। ਬਾਬਾ ਜੀ ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਜਾ ਰਹੇ ਹਾਂ? ਤਾਂ ਕਹਿਣ ਲੱਗੇ ਜੀ ਲਾਂਬੂ ਲੱਗੇ ਹੋਏ ਸਨ ਤੇ ਅਸੀਂ ਅੰਦਾਜ਼ਾ ਲਾਇਆ ਕਿ ਆਪ ਹੁਣ ਜਾ ਰਹੇ ਹੋ। ਤੇ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ ਗੁਰਮੁਖੋ ਇੱਕ ਦਿਨ ਐਸਾ ਆਵੇਗਾ ਜਗਰਾਵਾਂ ਤੋਂ ਤੁਹਾਨੂੰ ਸੋਨੇ ਦੇ ਕਲਸ ਦਿਖਿਆ ਕਰਨਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਮਾਇਆ ਅਰਜ ਕਰ ਰਹੀ ਹੈ ਮਹਾਰਾਜ ਤੁਸੀਂ ਕਿਹਾ ਸੀ ਬਈ ਉਸ ਜਾਮੇ ਨਹੀਂ ਇਸ ਜਾਮੇ ਤੈਨੂੰ ਸੇਵਾ ਦੇਵਾਂਗੇ, ਤੇ ਹੁਣ ਲਾਵੋ ਨਾ ਮੈਨੂੰ ਆਪਣੀ ਚਰਨੀ। ਕਿਉਂਕਿ ਰਿੱਧ ਸਿੱਧ ਨਾਮੇ ਕੀ ਦਾਸੀ, ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਰੁਲਦੀਆਂ ਹਨ ਇਹੋ ਜਿਹੀਆਂ ਵਸਤੂਆਂ। ਇੱਕ ਦਿਨ ਮਾਇਆ ਅਰਜ ਕਰੀ, ਤੁਸੀਂ ਪਿੱਛੇ ਹਲਾਇਆ ਸੀ। ਇਸ ਜਾਮੇ ਨਹੀਂ ਈਸ਼ਵਰ ਜਾਮੇ, ਸੇਵਾ ਲਈ ਫੁਰਮਾਇਆ ਸੀ। ਇਸ ਜਾਮੇ ਨਹੀਂ ਈਸ਼ਵਰ ਜਾਮੇ, ਸੇਵਾ ਲਈ ਫੁਰਮਾਇਆ ਸੀ। ਉਹ ਸੁਭਾਗਾ ਸਮਾਂ ਉਡੀਕਾਂ ਮੈਂ, ਉਹ ਸੁਭਾਗਾ ਸਮਾਂ ਉਡੀਕਾਂ ਮੈਂ ਵੀ ਸੇਵਕ ਮਾਣੀ। ਸੁਣੋ ਸੁਣੋ ਐ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਸੁਣੋ ਸੁਣੋ ਐ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਬਾਬਾ ਜੀ ਦੀ ਅੰਮ੍ਰਿਤ ਕਹਾਣੀ, 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 ਬਾਬਾ ਜੀ ਦੀ ਅੰਮ੍ਰਿਤ ਕਹਾਣੀ। ਸੁਣੋ ਸੁਣੋ ਐ ਗੁਰ ਸਿੱਖੋ ਮੇਰੇ
सचखंड दी उस नाम दे रसिए आके, हथी आके सेवा कर दिया, हथी आके सेवा कर दिया शक्ति अते भवानी। सुनो सुनो है गुर सिखो मेरे बाबा जी दी अमृत कहानी। सुनो सुनो है गुर सिखो मेरे बाबा जी दी अमृत कहानी। सचखंड दा नक्श मुकराया सी, क्यों जापे जिवें विश्वकर्मा ने सचखंड दा नक्श मुकराया सी। थोड़े ही उस समय दे अंदर अद्भुत महल बनाया सी। थोड़े ही उस समय दे अद्भुत महल बनाया सी। दसां की चोज उसकी ते मैं दसां की चोज उसकी ते उस सच दे ब्रह्म ज्ञानी। सुनो सुनो है गुर सिखो मेरे बाबा जी दी अमृत कहानी। सुनो सुनो है गुर सिखो मेरे बाबा जी दी अमृत कहानी। सच दा जोश झंडा झुलाया हो ना कोई उसदा सानी। सुनो सुनो है गुर सिखो मेरे बाबा जी दी अमृत कहानी। सुनो सुनो है गुर सिखो मेरे बाबा जी दी अमृत कहानी। ਜਿਹੜਾ ਆਣ ਸਵਾਲੀ ਹੋਵੇ, ਝੋਲੀਆਂ ਭਰ ਦੇਂਦੇ ਸਨ ਸਭ ਦੀਆਂ ਜਿਵੇਂ ਸੱਚਖੰਡ ਦਾ ਵਾਲੀ ਹੋਵੇ। ਹਰ ਜਸ ਦੇ ਪਾਰ ਖੂਹਾਂ ਨੂੰ ਮਿਲਦੀ, ਹਰ ਜਸ ਦੇ ਪਾਰ ਖੂਹਾਂ ਨੂੰ ਮਿਲਦੀ ਅੰਮ੍ਰਿਤ ਬੂੰਦ ਸੁਹਾਨੀ। सुनो सुनो है गुर सिखो मेरे बाबा जी दी अमृत कहानी। सुनो सुनो है गुर सिखो मेरे बाबा जी दी अमृत कहानी। ਕਰਦੇ ਤਨ ਮਨ ਮੋਹਿਆ ਜਾਂਦਾ ਸੀ। ਅੰਮ੍ਰਿਤ ਛਕ ਕੇ ਖੰਡੇ ਵਾਲਾ ਜੀਵਨ ਮੁਕਤ ਕਹਾਉਂਦਾ ਸੀ। ਲੱਖਾਂ ਭੁੱਲਿਆਂ ਨੂੰ ਪੜ੍ਹਨਾ ਸਿਖਾ ਗਏ, ਲੱਖਾਂ ਭੁੱਲਿਆਂ ਨੂੰ ਪੜ੍ਹਨਾ ਸਿਖਾ ਗਏ ਗੁਰੂ ਨਾਨਕ ਦੀ ਬਾਣੀ। सुनो सुनो है गुर सिखो मेरे बाबा
ਸੀ। ਉਹ ਦੁਖੀਆਂ ਦੇ ਦੁੱਖ ਹਰਨ ਲਈ ਆਪ ਈਸ਼ਵਰ ਆਇਆ ਸੀ। ਬਾਬੇ ਨੰਦ ਸਿੰਘ ਦੀ ਕਮਾਈ ਨੂੰ ਚੌਗੁਣਾ ਕਰ ਦਿਖਲਾਇਆ ਸੀ। ਤਪਦੇ ਹਿਰਦੇ ਸ਼ੀਤਲ ਹੋਵਨ, ਤਪਦੇ ਹਿਰਦੇ ਸ਼ੀਤਲ ਹੋਣ ਜਦੋਂ ਮੁਖ ਤੋਂ ਬੋਲਦੇ ਬਾਣੀ। ਸੁਣੋ ਸੁਣੋ ਵੇ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਣੋ ਸੁਣੋ ਵੇ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੂਰਜ ਲੈਣ ਲਗਾ ਹੈ, ਸੱਚ ਦਾ ਸੂਰਜ ਲੈਣ ਲਗਾ, ਪਰ ਖਬਰ ਕਿਸੇ ਨਾ ਜਾਣੀ। ਸੁਣੋ ਸੁਣੋ ਵੇ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਣੋ ਸੁਣੋ ਵੇ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਜਿਸ ਦਾ ਨਾਮ ਸੀ ਡਾਕਟਰ ਚੰਨਣ ਸਿੰਘ, ਆਏ ਦਰਸ਼ਨਾਂ ਨੂੰ। ਮਹਾਰਾਜ ਜੇ ਹੁਕਮ ਕਰੋ ਤਾਂ ਤੁਹਾਡੇ ਸਾਰੇ ਸਰੀਰ ਦਾ ਮੁਆਇਨਾ ਕਰਾਂ, ਕੁਝ ਸੇਵਾ ਮੈਨੂੰ ਵੀ ਬਖਸ਼ੋ। ਤੇ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਡਾਕਟਰ ਸਾਹਿਬ ਅਸੀਂ ਤਾਂ ਤਿਆਰੇ ਵਿੱਚ ਹਾਂ, ਪਰ ਦੱਸੀ ਨਾ ਕਿਸੇ ਨੂੰ, ਕਿਉਂਕਿ ਅੱਜ ਸਤਿਗੁਰਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਲਿਆ ਸੀ। ਤੇ ਹੁਕਮ ਆਇਆ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਆਖਿਆ ਸਾਨੂੰ ਤਾਂ ਦਰਗਾਹ ਤੋਂ ਸੱਦਾ ਆਇਆ ਹੋਇਆ, ਅਸੀਂ ਤਾਂ ਤਿਆਰਿਆਂ ਵਿੱਚ ਬੈਠੇ ਹਾਂ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰੂਪ ਸਾਹਮਣੇ ਪਿਆ ਸੀ। ਬਾਬਾ ਜੀ ਨੇ ਇਸ ਡਾਕਟਰ ਨੂੰ ਕਿਹਾ, ਬਈ ਵੇਖ ਗੁਰੂ ਨਾਨਕ ਹਾਜ਼ਰ ਨਾਜ਼ਰ ਹੈ, ਕਿਸੇ ਅੱਗੇ ਇਸ ਗੱਲ ਦਾ ਮੂੰਹ ਨਹੀਂ ਪੁੱਟਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਸ਼ਾਮਾਂ ਦਾ ਸਮਾਂ ਹੈ, ਬਾਬਾ ਜੀ ਕਥਾ ਸੁਣ ਰਹੇ ਹਨ। ਕਥਾ ਦੀ ਸਮਾਪਤੀ ਹੋਈ। ਕੁਝ ਚਿਰ ਬਚਨ ਕਰਦਿਆਂ ਆਪ ਕਿਹਾ ਕਰਦੇ ਸਨ, ਗੁਰਮੁਖੋ ਆ ਫਤਿਹ ਉਦੋਂ ਬੁਲਾਈ ਦੀ ਹੈ ਜਾਂ ਤਾਂ ਸੰਸਾਰ ਤੋਂ ਜਾ ਰਹੇ ਹੋਈਏ ਤੇ ਜਾਂ ਕੋਈ ਮੈਦਾਨ ਫਤਿਹ ਕਰਕੇ ਆਈਏ। ਇੱਕ ਇਸ਼ਾਰਾ ਸੀ ਉਹਨਾਂ ਦਾ, ਇੱਕ ਪਰਚਾ ਸੀ ਜੋ ਕਿਸੇ ਨੂੰ ਸਮਝ ਨਾ ਆਇਆ।
ਤੇ ਬਾਬਾ ਜੀ ਨੇ ਸਾਰਿਆਂ ਨੂੰ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆ ਕੇ ਆਪਣੇ ਆਸਣ ਤੇ ਗਲ ਵਿੱਚ ਹਜੂਰੀਆ ਪਾਇਆ ਹੋਇਆ ਤੇ ਆਰਾਮ ਜਦੋਂ ਲੇਟੇ ਬਿਰਾਜਮਾਨ ਹੋਏ ਤਾਂ ਇੱਕ ਚੱਦਰ ਆਪਣੇ ਮੁਖ ਤੇ ਪਾ ਲਈ। ਕਦੀ ਬਾਬਾ ਜੀ ਕਿਹਾ ਕਰਦੇ ਸਨ, ਭਾਈ ਸਮਾਂ ਆਇਆ ਤਾਂ ਐ ਚਲੇ ਜਾਵਾਂਗੇ। ਕਹਿੰਦੇ ਉਹ ਕਾਹਦਾ ਹੋਇਆ ਜਿਹੜਾ ਮੰਜੀ ਤੇ ਰਗੜੇ ਖਾਂਦਾ ਰਵੇ। ਬਾਬਾ ਜੀ ਦੇ ਪਾਸ ਕੁਝ ਪ੍ਰੇਮੀ ਆਏ, ਮਹਾਰਾਜ ਫਲਾਣਾ ਮਹੰਤ ਹੈ, 3-4 ਮਹੀਨੇ ਹੋ ਗਏ, ਨਾ ਤਾਂ ਜਿੰਦ ਨਿਕਲਦੀ ਹੈ ਨਾ ਠੀਕ ਹੀ ਹੁੰਦਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਰੱਬ ਦੇ ਪਿਆਰਿਆਂ ਦਾ ਕੀ ਹੈ ਬਈ, ਹਾਥੀ ਨੂੰ ਇੱਕ ਕੱਚੀ ਤੰਦ ਤੋੜਨੀ ਪਵੇ ਕਿਤਨਾ ਕੁ ਜ਼ੋਰ ਲਾਣਾ ਪੈਂਦਾ। ਮਹਾਂਪੁਰਖ ਤਾਂ ਇਤਨਾ ਕੁ ਟਾਈਮ ਲਾਉਂਦੇ ਹੈ। ਤੇ ਜੇ ਕਿਸੇ ਪਰਿੰਦੇ ਦੇ ਗਲ ਵਿੱਚ ਕੋਈ ਤਾਗਾ ਬਣਿਆ ਹੋਵੇ ਤਾਂ ਉਹਨੂੰ ਔਖਿਆਈ ਹੁੰਦੀ ਹੈ। ਤੇ ਮਹਾਂਪੁਰਖ ਤਾਂ ਗੁਰਮੁਖ ਆਏ ਜਾਏ ਨਿਸੰਗ। ਆਖਿਆ ਜਦੋਂ ਸਮਾਂ ਬਣਿਆ ਐ ਚਲੇ ਜਾਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਅੱਜ ਬਾਬਾ ਜੀ ਕੀਰਤਨ ਤੋਂ ਬਾਅਦ ਆਪਣੇ ਆਸਣ ਤੇ ਆਏ ਤੇ ਠੀਕ 7:13 ਤੇ ਆਪਨੇ ਚੋਲਾ ਬਦਲ ਲਿਆ। ਜੋ ਸੰਸਾਰ ਨੇ ਜਿੱਥੇ ਜਿੱਥੇ ਵੀ ਕੋਈ ਪਿਆਰ ਵਾਲਾ ਬੈਠਾ ਸੀ ਉਸਨੇ ਸੁਣਿਆ ਤੇ ਫਿਰ ਉਸ ਨੂੰ ਕੁਝ ਸੁਝਿਆ ਨਹੀਂ। ਹਰ ਕਾਲਜਾ ਮੁਖ ਨੂੰ ਆ ਰਿਹਾ ਸੀ ਕਿ ਬਾਬਾ ਜੀ ਲੋਕਾਂ ਨੂੰ ਜੀ ਦਾਨ ਦੇਣ ਵਾਲੇ, ਉਮਰਾਂ ਵਧਾਉਣ ਵਾਲੇ, ਕਿਆ ਆਪ ਨਹੀਂ ਸਨ ਆਪਣੀ ਉਮਰ ਵਧਾ ਸਕਦੇ? ਪਰ ਪਿਆਰੀ ਸਾਧ ਸੰਗਤ, ਮਹਾਂਪੁਰਖ ਸਦਾ ਸੰਸਾਰ ਲਈ ਕੁਝ ਮੰਗਦਾ ਹੈ। ਮਹਾਂਪੁਰਖ ਸੰਸਾਰ ਨੂੰ ਕੁਝ ਦੇ ਕੇ ਜਾਂਦਾ, ਲੈ ਕੇ ਨਹੀਂ ਜਾਂਦਾ। ਮਹਾਂਪੁਰਖ ਕੁਝ ਆਪਣੇ ਲਈ ਨਹੀਂ ਮੰਗਿਆ ਕਰਦੇ। ਉਹ ਤਾਂ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਵਾਹੂ ਕੋ ਦੌੜਿਓ। ਉਹ ਤਾਂ ਇਸ ਤਰ੍ਹਾਂ ਆਪਣੇ ਪਿਆਰੇ ਨਾਲ ਪ੍ਰੀਤੀ ਨਿਭਾਉਂਦੇ ਹਨ ਜਿਸ ਤਰ੍ਹਾਂ ਹਜ਼ੂਰ ਕਹਿ ਰਹੇ ਹਨ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਇਸ ਲਈ ਸੋਮਵਾਰ ਦਾ ਦਿਨ ਸੀ ਜਦੋਂ ਬਾਬਾ ਈਸ਼ਰ ਸਿੰਘ ਜੀ ਸਮਾਏ। ਦਾਸ ਜਦੋਂ ਇਹ ਲਾਈਨਾਂ ਲਿਖਣ ਲੱਗਾ ਤਾਂ ਲਗਾਤਾਰ 4 ਦਿਨ ਇਕਾਂਤ ਜਗ੍ਹਾ ਤੇ ਜਾ ਕੇ ਬੈਠਣਾ ਔਰ ਬੈਰਾਗ ਕਰ ਕਰਕੇ ਵਾਪਸ ਘਰ ਆ ਜਾਣਾ। ਬਈ ਇਸ ਸੋਮਵਾਰ ਨੂੰ ਮੈਂ ਸੁਭਾਗਾ ਕਵਾਂ ਜਾਂ ਅਭਾਗਾ ਕਵਾਂ, ਕਿਉਂਕਿ ਮਹਾਂਪੁਰਖਾਂ ਦਾ ਤੇ ਵਿਆਹ ਹੁੰਦਾ, ਉਹ ਤਾਂ ਜਾਂਦੇ ਹੀ ਨਹੀਂ, ਜਨਮ ਮਰਨ ਦੋਹੂ ਮੈਂ ਨਹੀਂ। ਪਰ ਸਾਨੂੰ ਤਾਂ ਛੱਡ ਗਏ ਹਨ ਨਾ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਜਦੋਂ ਸੰਸਾਰ ਤੇ ਆਓ ਸਾਨੂੰ ਨਾਲ ਲਿਆਓ, ਤੇ ਜਦੋਂ ਜਾਓ ਨਾਲ ਲੈ ਜਾਇਆ ਕਰੋ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸੋਮ ਦਿਨ ਅਭਾਗਾ ਜਾਂ ਸੁਭਾਗਾ ਕਿਹਾ ਜਾਵੇ। ਮੈਂ ਇਸ ਕਲਮ ਤੋਂ ਕੀ ਲਿਖਾਂ ਕੁਝ ਸਮਝ ਨਾ ਮੈਨੂੰ ਆਵੇ। ਨੈਣੋ ਨੀਰ ਬਹੇ ਤੁਰਿਆ, ਜਿੱਧਰ ਵੇਖਦੇ ਸਾਂ ਪੱਤਾ ਪੱਤਾ, ਹਰ ਕਣ ਜ਼ਮੀਨ ਅਸਮਾਨ ਬੈਰਾਗ ਵਿੱਚ ਹੀ ਨਜ਼ਰ ਆਉਂਦੇ ਸਨ। ਇਸ ਲਈ ਉਸ ਵੇਲੇ ਦਾ ਦ੍ਰਿਸ਼ ਕਹਿਣਾ ਇਸ ਰਸਨਾ ਤੋਂ ਬਹੁਤ ਮੁਸ਼ਕਲ ਹੈ, ਜੋ ਉਸ ਵੇਲੇ ਮਨਾਂ ਦੀ ਪਿਆਰ ਵਾਲਿਆਂ ਦੀ ਹਾਲਤ ਸੀ। ਆਓ ਕੁਝ ਅੱਖਰ ਬਿਆਨ ਕਰਨ ਦਾ ਯਤਨ ਕਰੀਏ। ਸੁਣੋ ਸੁਣੋ ਹੈ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਣੋ ਸੁਣੋ ਹੈ ਗੁਰ ਸਿੱਖੋ ਮੇਰੇ ਬਾਬਾ ਜੀ ਦੀ ਅਮਰ ਕਹਾਣੀ। ਸੁਭਾਗਾ ਕਿਹਾ ਜਾਵੇ ਜੀ। ਮੈਂ ਇਸ ਕਲਮ ਤੋਂ ਕੀ ਲਿਖਾਂ ਕੁਝ
समझ ना मैनू आवे जी। नैनो नीर मेरा वह तुरया, नैनो नीर मेरा वह तुरया, जो नदियां नीर वहानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। सज आया सी, देवतियां ने खोली है तेरी जय जयकार अलाया सी। सचखंड तो अद्भुत मन सुंदर पुष्पे बाण सज आया सी। देवतियां ने खोली है तेरी जय जयकार अलाया सी। विराज गई ए जोत जागदी, विराज गई ए जोत जागदी, दरगह वल सिधानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी, बाबा जी दी अमर कहानी। संगतां विच सब लहर उदासी छाई सी। पुछण ते मैनू कोई न दसे, प्रेमी होए सुधाई सी। चले गए ओ महरम दिल दे, जग विच खबरां गईयां जी। अन्न पानी फिर किसे न खादा, तेरी याद विच सईयां जी। नैनो नीर बह तुरया, ज्यों नदियां नीर वहानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। शरीर एक सुंदर बेड़ा सजाया सी। सुन सुन लखां संगतां आईयां, सब ने दर्शन पाया सी। ओ वेखो बाबा जी नू संगतां विदा करन नू चलियां जी। 7 ਲੱਖ ਤੋਂ ਵੱਧ ਸੰਗਤਾਂ ਨੇ ਹਰੀ ਕੇ ਪਤਨ ਹਾਜ਼ਰੀਆਂ ਭਰੀਆਂ ਜੀ। ਨੈਣਾ ਦਾ ਜਲ ਵਹਿ ਗਿਆ ਇਉਂ, ਨੈਣਾ ਦਾ
जल वह गया यूं ये चरनी भेंट चढ़ानी। नैना दा जल वह गया यूं एहो चरनी भेंट चढ़ानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। संगतां आप तराया सी। कोई अख ना दिसी खाली जिस तू नीर ना आया सी। सुंदर बेड़ा विच दरिया दे संगतां आप तराया सी। कोई अख ना दिसी खाली जिस तो नीर ना आया सी। जोत च जोत रल के ज्यों सागर विच गंग समानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। संगतां विच हाहाकार होई। की दसां जदों अलोप होया संगतां विच हाहाकार होई। सचखंड जा पहुंचे बाबे सब थी जय जयकार होई। याद रहेगा ये दृश्य सानू, याद रहेगा ये दृश्य सानू सारी ही जिंदगानी। सुनो सुनो है गुर सिखो मेरे बाबा जी दी अमर कहानी। सुनो सुनो है गुर सिखो मेरे बाबा जी दी अमर कहानी। होया करते हैं। ओ जन्म मरण दोहू में नाही जन पर उपकारी आए। अकाल पुरख वाहिगुरु दे हुक्म अनुसार आउंदे हन। सेवा करके नमित अवतारां दी जो मर्यादा बनी होंदी है, जिवें गुरु नानक सच्चे पातशाह जी ने सिੱਖੀ दी मर्यादा बनी, गुरु गोबिंद सिंह सच्चे पातशाह ने इस मर्यादा नूं संपूर्ण करके खालसा तैयार किया, खालसे दी साजना की। ये नमित अवतार हैं। महापुरख आउंदे हन, उन्हां नमित अवतारां दी मर्यादा नूं याद कराउण लई, चेते कराउण लई, क्योंकि जगत सदा भुल जांदा है। महापुरख चेता कराउण आउंदे हन। तो बाबा जी ने थां थां ते जाके अमृत संचार किया, गुरु दे चरनां नाल जोड़िया। जो भी कोई राजा, रईयत, अमीर, गरीब कोई भी आउंदा सी, सब तो पहला यही पुछदे सन, गुरमुखा अमृत छकिया, गुरु वाला बने?
ਜੇ ਅੰਮ੍ਰਿਤ ਛਕਿਆ ਤਾਂ ਨਿਤਨੇਮ ਕੀ ਕਰਦਾ? क्योंकि किसी ने पूछा तेरा कारोबार कितना है, किसी ने पूछा तेरा परिवार कितना है, किसी ने पूछा तेरा घर बार कितना है, पर रब दे प्यारे सदा यही पुछदे हन, भाई तेरा वाहिगुरु दे चरनां नाल प्यार कितना है। अनेकां नूं तारिया, अनगिणतां नूं गुरु नानक दे चरनां नाल जोड़ के ते फिर आप समा गए। चारण करो श्री इस ਲਈ ਤਨ ਮਨ ਮੇਰਾ ਖੋ ਗਿਆ, ਨਾਲੇ ਉਹ ਤਾਂ ਜੀਵਨ ਦਾਤਾ ਸੀ। ਜਿਸ ਨੇ ਵੀ ਦਰਸ਼ਨ ਕੀਤਾ ਉਹਦਾ ਤਨ ਮਨ ਮੋਹਿਆ ਗਿਆ। ਜਿਨ੍ਹਾਂ ਨੇ ਸੱਚ ਦੀਆਂ ਅੱਖਾਂ ਨਾਲ ਵੇਖਿਆ ਉਹਨਾਂ ਨੂੰ ਮਹਾਂਪੁਰਖਾਂ ਵਿੱਚੋਂ ਰੱਬ ਨਜ਼ਰ ਆਇਆ। ਇਸ ਲਈ तन मन मेरा ले गया बाबे, ओ तां जीवन दाता सी। तन मन मेरा ले लिया बाबे, ओ तां जीवन दाता सी। भावना दियां जिन्हां अखां बनाया, उन्हां सच पछाता सी। हर जी मैनू बख्श लो जिवें मैं डिठी तिवें वखाणी।